ਦੀ ਕੋਸ਼ਿਸ਼ ਹੈ। ਇੱਕ ਮਤਲਬ ਇੱਕ ਪਰਸਪੈਕਟਿਵ ਇਹਦਾ ਇੱਕ ਨਵਾਂ ਹੈ। ਇਸ ਨਵੇਂ ਪਰਸਪੈਕਟਿਵ ਦੀ ਵਿਸ਼ੇਸ਼ ਗੱਲ ਇਹ ਹੈ ਕਿ ਦੇਖੋ ਇੱਕ ਜਿਹੜਾ ਡਿਸਕੋਰਸ ਹੈ ਤੇ ਇੱਕ ਉਹਦਾ ਵਿਸ਼ਲੇਸ਼ਣ। ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਕਿ ਗੁਰਬਾਣੀ ਜਿਹੜੀ ਹੈ ਉਹ ਇੱਕ ਪ੍ਰਵਚਨ ਹੈ, ਇੱਕ ਡਿਸਕੋਰਸ ਹੈ। ਉਹ ਭਾਸ਼ਾ ਦੀ ਇੱਕ ਵਿਹਾਰਕ ਵਰਤੋਂ ਦੇ ਰਾਹੀਂ ਆਪਾਂ ਜੇ ਆਮ ਜ਼ਬਾਨ 'ਚ ਵੀ ਜਾਣਦੇ ਆ ਕਿ ਗੁਰਬਾਣੀ ਕੀ ਹੈ, ਕਿ ਗੁਰਬਾਣੀ ਜਿਹੜੀ ਹੈ ਉਹ ਕਵਿਤਾ ਤੇ ਸੰਗੀਤ ਦੇ ਮਾਧਿਅਮ ਰਾਹੀਂ ਦਾਰਸ਼ਨਿਕ ਜੀਵਨ ਦ੍ਰਿਸ਼ਟੀ ਪੇਸ਼ ਕਰਨ ਵਾਲੀ ਰਚਨਾ ਹੈ। ਗੁਰੂ ਨਾਨਕ ਦੇਵ ਜੀ ਜਦੋਂ ਕਹਿੰਦੇ ਸੀ ਨਾ ਕਿ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ, ਤੋ ਬ੍ਰਹਮ ਵਿਚਾਰ ਜਿਹੜਾ ਸਾਡੀ ਪਰੰਪਰਾ ਵਿੱਚ ਦਾਰਸ਼ਨਿਕ ਚਿੰਤਨ ਦਾ ਨਾਮ ਹੈ। ਬ੍ਰਹਮ ਜਿਹੜਾ ਹੈ ਉਹ ਇਸ ਸੰਸਾਰ ਦੀ ਪਰਮ ਸੱਚ ਜਾਂ ਪਰਮ ਯਥਾਰਥ ਦਾ ਇੱਕ ਸੂਚਕ ਸ਼ਬਦ ਹੈਗਾ ਬ੍ਰਹਮ। ਤੇ ਉਸ ਪਰਮ ਸੱਚ ਨੂੰ ਗਿਆਨ ਦੇ, ਅਨੁਭਵ ਦੇ, ਬੋਧ ਦੇ ਰੂਪ ਵਿੱਚ ਗੁਰਬਾਣੀ ਜਿਹੜੀ ਹੈ ਉਹ ਇੱਕ ਪ੍ਰਵਚਨ ਦਾ ਸਿਰਜਣ ਕਰਦੀ ਹੈ। ਗੁਰਬਾਣੀ ਇੱਕ ਐਸਾ ਪ੍ਰਵਚਨ ਹੈ ਕਿ ਜਿਹੜਾ ਸਾਨੂੰ ਉਹਨਾਂ ਜੀਵਨ ਦੇ ਉਹਨਾਂ ਮਸਲਿਆਂ ਦੇ ਰੂਬਰੂ ਕਰਦਾ ਹੈ ਜਿਨ੍ਹਾਂ ਦਾ ਸੰਬੰਧ ਜਿਹੜਾ ਮਨੁੱਖੀ ਜ਼ਿੰਦਗੀ ਨੂੰ ਇੱਕ ਦਿਸ਼ਾ ਦੇਣ ਵਿੱਚ, ਉਸ ਨੂੰ ਇੱਕ ਵਿਸ਼ਵ ਦ੍ਰਿਸ਼ਟੀ ਦੇਣ ਦੇ ਵਿੱਚ, ਤੇ ਜੀਵਨ ਜਾਚ ਸਿਖਾਉਣ ਦੇ ਵਿੱਚ ਉਹਦਾ ਮਹੱਤਵ ਹੁੰਦਾ ਹੈ। ਤੋ ਮੈਂ ਇਹ ਸਮਝਦਾ ਕਿ ਇੱਕ ਪਾਸੇ ਤਾਂ ਭਾਸ਼ਾ ਵਿਗਿਆਨ ਦਾ ਇੱਕ ਡਿਸਿਪਲਿਨ ਹੈ, ਉਹ ਅੱਜ ਤੁਸੀਂ ਜਾਣਦੇ ਹੋ ਕਿ ਅੱਜ ਦੁਨੀਆ ਦੇ ਵਿੱਚ ਭਾਸ਼ਾ ਵਿਗਿਆਨਕ ਚਿੰਤਨ ਜਿਹੜਾ ਨਾ ਉਹ ਬਹੁਤ ਵਿਕਸਿਤ ਰੂਪ ਵਿੱਚ ਸਾਹਮਣੇ ਆਇਆ। ਔਰ ਕਮਾਲ ਦੀ ਗੱਲ ਦੇਖੋ ਕਿ ਇਸ ਦਾ ਵਿਕਾਸ ਜਿਹੜਾ ਹੈ ਉਹ ਗ੍ਰਾਮਰ ਤੋਂ ਹੁੰਦਾ ਹੈ, ਭਾਸ਼ਾ ਵਿਗਿਆਨ ਦੇ ਵਿੱਚ ਆਉਂਦਾ ਹੈ, ਉਹਦੇ ਬਾਅਦ ਚੇਨ ਵਿਗਿਆਨ ਦੇ ਵਿੱਚ ਚਲਾ ਜਾਂਦਾ ਹੈ। ਮਤਲਬ ਗ੍ਰਾਮਰ ਤੋਂ ਲਿੰਗੁਇਸਟਿਕਸ, ਲਿੰਗੁਇਸਟਿਕਸ ਤੋਂ ਸੈਮਿਓਟਿਕਸ, ਤੇ ਸੈਮਿਓਟਿਕਸ ਤੋਂ ਜਿਹਨੂੰ ਕਹਿ ਸਕਦੇ ਹਾਂ ਕਿ ਡਿਸਕੋਰਸ ਐਨਾਲਿਸਿਸ। ਇੱਕ ਬਹੁਤ ਵੱਡੀਆਂ ਇਹਦੇ 'ਚ ਦ੍ਰਿਸ਼ਟੀਆਂ ਜਿਹੜੀਆਂ ਨੇ ਇਨਵੋਲਵ ਨੇ। ਇੱਕ ਗੱਲ ਮੈਂ ਇਸ ਕਰਕੇ ਗੁਰੂ ਤੇਗ ਬਹਾਦਰ ਜੀ ਦੀ ਦਾਰਸ਼ਨਿਕ ਦ੍ਰਿਸ਼ਟੀ ਤੋਂ ਪਹਿਲਾਂ ਇਹ ਗੱਲਾਂ ਮੈਂ ਇਸ ਕਰਕੇ ਕਰਨਾ ਚਾਹੁੰਦਾ ਹੈ ਕਿ ਗੁਰੂ ਜੀ ਦੀ ਜਿਹੜੀ ਦਾਰਸ਼ਨਿਕ ਦ੍ਰਿਸ਼ਟੀ ਹੈ ਉਸ ਦੀ ਵਿਆਖਿਆ ਦੀ ਪ੍ਰੋਬਲਮ ਹੈ। ਜਦੋਂ ਗੁਰੂ ਜੀ ਨੇ ਤਾਂ ਜੋ ਆਪਣੇ ਜੀਵਨ ਦਾ ਇੱਕ ਧਿਆਨੀ ਇਕਾਗਰਤਾ ਦੇ ਨਾਲ ਇੱਕ ਅਨੁਭਵ ਦੀ ਰੂਪ ਦੇ ਵਿੱਚ ਬਾਣੀ ਸਿਰਜ ਦਿੱਤੀ, ਉਸ ਸਿਰਜੇ ਹੋਏ ਪ੍ਰਵਚਨ, ਉਹ ਜਿਹੜਾ ਸਿਰਜਿਆ ਹੋਇਆ ਪ੍ਰਵਚਨ ਹੈ ਉਹ ਜ਼ਿੰਦਗੀ ਦੀ ਵਿਆਖਿਆ ਹੈ। ਤੇ ਅਸੀਂ ਕੀ ਕਰ ਰਹੇ ਹਾਂ? ਸਾਡਾ ਸਰੋਕਾਰ ਜਿਹੜਾ ਹੈ ਗੁਰੂ ਜੀ ਦੀ ਉਸ ਦ੍ਰਿਸ਼ਟੀ ਦਾ ਵਿਸ਼ਲੇਸ਼ਣ ਕਰਨਾ ਹੈ ਤਾਂ ਕਿ ਅਸੀਂ ਉਹਦੇ ਅੰਤਰ ਅਰਥਾਂ ਨੂੰ, ਉਹਦੇ ਅੰਤਰੀਵ ਦੇ ਵਿੱਚ ਜਿਹੜਾ ਮੈਸੇਜ ਛੁਪਿਆ ਹੋਇਆ ਹੈ, ਜਿਹੜਾ ਸਾਡੀ ਜ਼ਿੰਦਗੀ ਦੇ ਲਈ ਬਹੁਤ ਰੈਲੇਵੈਂਟ ਹੈ, ਉਸ ਨੂੰ ਪੜ੍ਹ ਕੇ ਵਿਚਾਰ ਸਕੀਏ। ਤੇ ਗੁਰਬਾਣੀ ਔਰ ਚਿੰਤਨ ਦੇ ਵਿੱਚ ਤਾਂ ਗੱਲ ਹੀ ਪਹਿਲੀ ਇਹ ਹੈ ਕਿ ਜਿਹੜਾ ਇੱਕ ਆਈਡੀਅਲ ਮਨੁੱਖ ਹੈ ਨਾ, ਉਹਦੇ ਬਾਰੇ ਇੱਕ ਬੜੀ ਖੂਬਸੂਰਤ ਗੁਰੂ ਨਾਨਕ ਦੇਵ ਜੀ ਦੀ ਤੁਸੀਂ ਦੇਖੋ ਰਚਨਾ। ਉਹ ਕਹਿੰਦੇ ਨੇ ਕਿ ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ, ਇੱਕ ਕਹਿ ਜਾਣਨ, ਕਹਿਆ ਬੁੱਝਣ, ਤੇ ਨਰ ਸੁਗੜ ਸਰੂਪ। ਕਿ ਦੇਖੋ ਕਹਿਣਾ ਇੱਕ ਪ੍ਰਵਚਨ ਦਾ ਸਿਰਜਣ ਕਰਨਾ ਹੁੰਦਾ ਹੈ, ਇੱਕ ਡਿਸਕੋਰਸ ਨੂੰ ਪੇਸ਼ ਕਰਨਾ ਹੈ। ਤੇ ਬੁੱਝਣਾ ਕੀ ਹੈ? ਬੁੱਝਣਾ ਉਸ ਡਿਸਕੋਰਸ ਦਾ ਐਨਾਲਿਸਿਸ ਕਰਨਾ ਹੈ। ਤੇ ਗੁਰੂ ਨਾਨਕ ਦੇਵ ਜੀ ਔਰ ਸਾਡੇ ਗੁਰੂ ਸਾਹਿਬਾਨ ਦੀ ਜਿਹੜੀ ਸਾਰੀ ਦ੍ਰਿਸ਼ਟੀ ਹੈ ਉਹ ਸਾਡੇ ਉਸ ਗਿਆਨ ਦੀ ਪਰੰਪਰਾ ਦੇ ਨਾਲ ਜੁੜੀ ਹੋਈ ਹੈ। ਇਸ ਦੀਆਂ ਜੜ੍ਹਾਂ ਤੁਸੀਂ ਦੇਖੋ ਕਿ ਭਾਸ਼ਾ ਦੇ ਬਾਰੇ ਚਿੰਤਨ ਦੀ ਜਿਹੜੀ ਸ਼ੁਰੂਆਤ ਹੈ, ਮਤਲਬ ਮੈਂ ਕਿਸੇ ਫਿਰਕਾ ਪ੍ਰਸਤੀ ਦੇ ਨੁਕਤੇ ਤੋਂ ਨਹੀਂ ਕਹਿ ਰਿਹਾ। ਸਾਡੇ ਇਸ ਧਰਤੀ ਦੇ ਉੱਪਰ ਸਪਤ ਸਿੰਧੂ ਦੇ ਉੱਪਰ ਜਿੰਨੇ ਗਿਆਨ ਗ੍ਰੰਥ ਹੋਏ ਨੇ ਉਹਦੇ ਪਹਿਲਾ ਰਿਗਵੇਦ ਹੈ। ਤੇ ਰਿਗਵੇਦ 'ਚ ਬੜੀ ਇੰਟਰਸਟਿੰਗ ਗੱਲ ਭਾਸ਼ਾ ਦੇ ਪ੍ਰਸੰਗ ਵਿੱਚ ਕਹੀ ਗਈ ਹੈ। ਉਹ ਉਹਦੇ 'ਚ ਕਿਹਾ ਕਿ ਗੌਰੀ ਵਿਵਾਇ ਸਲਿਲਾਨੀ ਤਕਸ਼ਤੀ ਇੱਕ ਪਦੀ ਦੁਈਪਦੀ ਚਤੁਸ਼ਪਦੀ। ਇਹਦਾ ਅਰਥ ਕੀ ਹੈ ਕਿ ਜਿਹੜੀ ਭਾਸ਼ਾ ਹੈ ਉਹ ਹੋਂਦ ਦੇ ਮਹਾਸਾਗਰ ਵਿੱਚ ਅਨੰਤ ਰੂਪਾਂ ਦੀ ਘਾੜਤ ਘੜਦੀ ਹੈ। ਦੀ ਲੈਂਗੁਏਜ cuts infinite forms in the ocean of existence। ਬਹੁਤ ਖੂਬਸੂਰਤ ਤੇ ਬੜੀ ਰੈਲੇਵੈਂਟ ਗੱਲ ਕਹੀ ਗਈ ਹੈ। ਭਾਸ਼ਾ ਕੀ ਕਰਦੀ ਹੈ ਇਸ ਬਾਰੇ ਇਹ ਜਿਹੜੀ ਦ੍ਰਿਸ਼ਟੀ ਹੈ ਇਹ ਸਾਡੇ ਚਿੰਤਨ ਨੂੰ ਇੱਕ ਦਿਸ਼ਾ ਪ੍ਰਦਾਨ ਕਰਦੀ ਹੈ ਕਿ ਜਿਹੜੀ ਲੈਂਗੁਏਜ ਹੈ ਉਹ ਸਿਰਫ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ
ਦਾ ਮਾਧਿਅਮ ਨਹੀਂ ਹੁੰਦੀ। ਇਹ ਗਿਆਨ ਦੀ ਸਿਰਜਣਾ ਕਰਨ ਵਾਲਾ ਇੱਕ ਕ੍ਰੀਏਟਿਵ ਜਿਹੜਾ ਇੱਕ ਔਜ਼ਾਰ ਹੈ। ਤੇ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਵਿੱਚ 3 ਮਹਾਨ ਗ੍ਰਾਮੇਰੀਅਨ ਹੋਏ ਨੇ, ਪਾਣਿਨੀ, ਪਤੰਜਲੀ ਤੇ ਭਰਤਰੀ ਹਰੀ ਦਾ ਇੱਕ ਸੂਤਰ ਛੋਟਾ ਜਿਹਾ ਮੈਂ ਤੁਹਾਡੇ ਨਾਲ ਇਸ ਪ੍ਰਸੰਗ ਵਿੱਚ ਕੋਟ ਕਰਨਾ ਚਾਹਾਂਗਾ। ਭਰਤਰੀ ਹਰੀ ਕਹਿੰਦੇ ਨੇ ਕਿ ਗਿਆਨਮ ਸਰਵਮ ਸ਼ਬਦੇਨ ਭਾਸਤੇ, ਕਿ ਸਾਰਾ ਗਿਆਨ ਸ਼ਬਦ ਦੇ ਮਾਧਿਅਮ ਰਾਹੀਂ ਸਿਰਜਿਆ ਜਾਂਦਾ। ਹੁਣ ਤੁਸੀਂ ਦੇਖੋ ਕਿ ਜਿਹੜੀ ਸਾਡੀ ਪੂਰਬ ਦੀ ਭਾਰਤ ਦੀ ਗਿਆਨ ਦ੍ਰਿਸ਼ਟੀ ਹੈ, ਉਹ ਕਿੰਨੀ ਬਾਰੀਕੀ ਦੇ ਨਾਲ ਸਾਨੂੰ ਉਹ ਗੱਲਾਂ ਸਮਝਾਉਂਦੀ ਹੈ ਜਿਹੜੀਆਂ ਜੀਵਨ ਦੇ ਵਿੱਚ ਇੱਕ ਅਗਵਾਈ ਦੇਣ ਵਾਲਾ ਪ੍ਰਵਚਨ ਉਸ ਦਾ ਨਿਰਮਾਣ ਕਰਦੀਆਂ ਨੇ। ਤੇ ਮੈਨੂੰ ਇਹ ਜਾਪਦਾ ਹੈ ਕਿ ਅੱਜ ਜਿਸ ਤਰ੍ਹਾਂ ਜਿਹੜਾ ਭਾਸ਼ਾ ਵਿਗਿਆਨ, ਜਿਹੜਾ ਵੈਸਟਰਨ ਭਾਸ਼ਾ ਵਿਗਿਆਨ 'ਚ ਤੁਸੀਂ ਦੇਖੋ ਕਿ ਜਿਹੜੀ ਲੇਟੈਸਟ ਔਰ ਸਭ ਤੋਂ ਵਿਕਸਿਤ ਪੜਾਅ ਜਿਹੜਾ ਹੈ ਉਹ ਸੋਸਿਓਰੀਅਨ ਲਿੰਗੁਇਸਟਿਕਸ ਅਸੀਂ ਕਹਿੰਦੇ ਹਾਂ, ਸਟਰਕਚਰਲ ਲਿੰਗੁਇਸਟਿਕਸ। ਕਿ ਪਹਿਲਾਂ ਇੱਕ ਇਤਿਹਾਸਕ ਭਾਸ਼ਾ ਵਿਗਿਆਨ ਹੁੰਦਾ ਸੀ ਤੇ ਉਹਦਾ ਇੱਕ ਮਨੋਰਥ ਵੱਖਰਾ ਸੀ, ਫਿਰ ਤੁਲਨਾਤਮਕ ਭਾਸ਼ਾ ਵਿਗਿਆਨ ਹੋਇਆ ਤੇ ਫਿਰ ਸਟਰਕਚਰਲ ਲਿੰਗੁਇਸਟਿਕਸ ਹੋਇਆ। ਸਟਰਕਚਰਲ ਲਿੰਗੁਇਸਟਿਕ ਦੇ ਪਿੱਛੇ ਭਾਰਤੀ ਚਿੰਤਨ ਪਾਣਿਨੀ ਦੀ ਦ੍ਰਿਸ਼ਟੀ ਪਈ ਹੋਈ ਹੈ, ਕਿਉਂਕਿ ਸਾਸਿਊਰ ਜਿਹੜਾ ਹੈ ਉਹ ਸੰਸਕ੍ਰਿਤ ਦਾ ਪ੍ਰੋਫੈਸਰ ਸੀ ਔਰ ਇਸੇ ਤਰ੍ਹਾਂ ਰੋਮਨ ਜੈਕੋਬਸਨ। ਇਹ ਗੱਲਾਂ ਮੈਂ ਇਸ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਸਾਨੂੰ ਆਪਣੀ ਸਭਿਅਤਾ ਦੀਆਂ ਜਿਹੜੀਆਂ ਗਿਆਨਮੂਲਕ ਪ੍ਰਾਪਤੀਆਂ ਨੇ ਉਸ ਦਾ ਇਲਮ ਹੀ ਨਹੀਂ, ਉਹ ਸਾਨੂੰ ਨਾ ਤਾਂ ਪੜ੍ਹਾਇਆ ਗਿਆ ਤੇ ਨਾ ਉਸ ਦੇ ਮਹੱਤਵ ਨੂੰ ਸਮਝਾਇਆ ਗਿਆ। ਅੱਜ ਇਹ ਜਿਹੜਾ ਅੱਜ ਦਾ ਜਿਹੜਾ ਦੌਰ ਹੈ ਉਹ ਗਿਆਨ ਦਾ ਇੱਕ ਖੁੱਲ੍ਹਾ ਦੌਰ ਹੈ। ਅੱਜ ਇੰਟਰਨੈਟ ਦੇ ਉੱਪਰ ਸਾਰਾ ਗਿਆਨ ਸਾਨੂੰ ਅਵੇਲੇਬਲ ਹੈ ਤੇ ਉਸ ਗਿਆਨ ਦਾ ਅਸੀਂ ਕੀ ਕਰਨਾ ਹੈ, ਇਹ ਸਾਡੀ ਮੁੱਖ ਗੱਲ ਹੈ। ਤੇ ਇੰਨੀ ਕੁ ਗੱਲ ਮੈਂ ਇਸ ਵਰਕਸ਼ਾਪ ਦਾ ਜਿਹੜਾ ਇੱਕ ਪੱਖ ਸੀਗਾ ਭਾਸ਼ਾਈ ਵਿਸ਼ਲੇਸ਼ਣ, ਉਸ ਦੇ ਬਾਰੇ ਮੈਂ ਇੱਕ ਛੋਟੀ ਜਿਹੀ ਮੈਂ ਆਪਣੀ ਟਿੱਪਣੀ ਦਿੱਤੀ ਹੈ। ਮੈਂ ਬਾਕਾਇਦਾ ਭਾਸ਼ਾ ਵਿਗਿਆਨ ਦਾ ਉਸ ਕਿਸਮ ਦਾ ਅਧਿਆਪਕ ਨਹੀਂ ਰਿਹਾ। ਮੈਂ ਇੱਕ ਆਪਣੇ ਰੂਪ ਦੇ ਵਿੱਚ ਹੀ ਕੋਸ਼ਿਸ਼ ਕੀਤੀ ਹੈ, ਜਿਹੜਾ MA ਵਿੱਚ ਜੋ ਪੜ੍ਹਿਆ ਸੀ ਭਾਸ਼ਾ ਵਿਗਿਆਨ। ਲੇਕਿਨ ਮੈਨੂੰ ਇਹ ਲੱਗਿਆ ਕਿ ਜਿਹੜਾ ਵੀ ਬੰਦਾ ਆਪਣੇ ਵਿਰਸੇ ਦੇ ਗਿਆਨ ਨੂੰ ਸਮਝਣਾ ਚਾਹੁੰਦਾ ਹੈ, ਉਸ ਦਾ ਵਿਸ਼ਲੇਸ਼ਣ ਕਰਨਾ ਚਾਹੁੰਦਾ ਹੈ, ਉਸ ਨੂੰ ਭਾਸ਼ਾ ਵਿਗਿਆਨ ਦੀਆਂ ਮੁੱਢਲੀਆਂ ਜਿਹੜੀਆਂ ਦ੍ਰਿਸ਼ਟੀਆਂ ਨੇ ਉਸ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਭਾਸ਼ਾ ਕੰਮ ਕਿਵੇਂ ਕਰਦੀ ਹੈ, ਭਾਸ਼ਾ ਦਾ ਦਰਸ਼ਨ ਕੀ ਹੈ। ਭਾਸ਼ਾ ਵਿਗਿਆਨ ਇੱਕ ਟੈਕਨੋਲੋਜੀਕਲ ਸਟੱਡੀ ਹੈ। ਭਾਸ਼ਾ ਦਰਸ਼ਨ ਜਿਹੜਾ ਨਾ ਉਹ ਸਾਨੂੰ ਭਰਤਰੀ ਹਰੀ ਤੇ ਪਾਣਿਨੀ ਇਹਨਾਂ ਦੇ ਚਿੰਤਨ ਦੇ ਵਿੱਚੋਂ ਮਿਲਿਆ। ਇੰਨੀ ਗੱਲ ਤੋਂ ਬਾਅਦ ਮੈਂ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਦਾਰਸ਼ਨਿਕ ਦ੍ਰਿਸ਼ਟੀ ਹੈ, ਔਰ ਜਿਹੜਾ ਕਿ ਇਸ ਜਿਹੜਾ ਵਰਕਸ਼ਾਪ ਦੀ ਮੁੱਖ ਥੀਮ ਦਾ ਇੱਕ ਬਹੁਤ ਮਹੱਤਵਪੂਰਨ ਪੱਖ ਹੈ, ਉਹਦੇ ਬਾਰੇ ਥੋੜ੍ਹੀ ਜਿਹੀਆਂ ਗੱਲਾਂ ਕਰਨਾ ਚਾਹੁੰਦਾ। ਮੈਂ ਤਕਰੀਬਨ ਬਹੁਤ ਸਾਰੇ ਆਨਲਾਈਨ ਲੈਕਚਰਸ ਵਿੱਚ ਆਪਣੀ ਗੱਲਾਂ ਕਹਿ ਚੁੱਕੇ ਹਾਂ, ਬਹੁਤ ਸਾਰੀਆਂ ਗੱਲਾਂ ਮੈਂ ਰਿਪੀਟ ਹੀ ਕਰਾਂਗਾ, ਪਰ ਹੁਣ ਕਰ ਸਕਦੇ ਹਾਂ ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇੱਕੋ ਹੀ ਹੈ, ਮੈਂ ਵੀ ਇੱਕੋ ਹੀ ਹਾਂ। ਜੋ ਗੱਲ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਕਹਿ ਦਿੱਤੀ, ਜੋ ਮੈਂ ਸਮਝੀ ਹੈ, ਉਹ ਜਦੋਂ ਵੀ ਮੈਨੂੰ ਪੁੱਛੋਗੇ ਮੈਂ ਉਹੀ ਗੱਲਾਂ ਕਰਾਂਗਾ। ਤੋ ਇਸ ਕਰਕੇ ਮੈਂ ਪਹਿਲਾਂ ਹੀ ਪਰਮਵੀਰ ਸਿੰਘ ਹੁਣ ਵੀ ਮੇਰੇ ਨਾਲ ਬਹੁਤ ਸਾਰੇ ਵੈਬੀਨਾਰ ਦੇ ਵਿੱਚ ਰਹੇ ਨੇ। ਅਸੀਂ ਭਾਈ ਗੱਲ ਇਹ ਵੀ ਜੇ ਗੁਰੂ ਤੇਗ ਬਹਾਦਰ ਜੀ ਬਾਰੇ, ਗੁਰਬਾਣੀ ਬਾਰੇ ਜੋ ਅਸੀਂ ਸੋਚਿਆ ਸਮਝਿਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤਾਂ ਗੁਰਬਾਣੀ ਵੀ ਉਹੀ ਹੈ, ਅਸੀਂ ਵੀ ਉਹੀ ਹਾਂ ਤੇ ਇਹ ਅਸੀਂ ਉਹੀ ਗੱਲਾਂ ਕਈ ਵਾਰ ਆਪਣੇ ਢੰਗ ਨਾਲ ਕਰਾਂਗੇ। ਅੱਜ ਮੈਂ ਇਹ ਸੋਚਦਾ ਕਿ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਇੱਕ ਸ਼ਬਦ, ਉਹਦੀਆਂ 2 ਪੰਕਤੀਆਂ ਲੈ ਕੇ ਮੈਂ ਆਪਣੀ ਗੱਲ ਸ਼ੁਰੂ ਕਰਨਾ ਚਾਹੁੰਦਾ, ਕਿਉਂਕਿ ਜਿਹੜੀ ਸਾਡੀ ਦਾਰਸ਼ਨਿਕ ਪਰੰਪਰਾ ਹੈ, ਦਾਰਸ਼ਨਿਕ ਪਰੰਪਰਾ ਜਿਹੜੀ ਹੈ ਉਹ ਦਿਸਦੇ ਜਗਤ ਦਾ ਅਰਥ ਕੀ ਲਾਇਆ ਜਾਵੇ ਉਹਦੇ ਬਾਰੇ ਇੱਕ ਵਰਲਡ ਵਿਊ ਕ੍ਰੀਏਟ ਕਰਨ ਵਾਲੀ ਗੱਲ ਹੁੰਦੀ ਹੈ। ਤੇ ਵਰਲਡ ਵਿਊ ਗੁਰੂ ਤੇਗ ਬਹਾਦਰ ਜੀ ਨੇ ਉਹਨੂੰ ਕਿਸ ਤਰੀਕੇ ਨਾਲ ਕਨਸੈਪਚੁਅਲਾਈਜ਼ ਕੀਤਾ ਹੈ, ਉਹ ਉਹਨਾਂ ਦੀਆਂ 2 ਪੰਕਤੀਆਂ ਜਿਹੜੀਆਂ ਮੈਨੂੰ ਲੱਗਿਆ ਕਿ ਸੂਤਰ ਰੂਪ ਦੇ ਵਿੱਚ ਉਹ ਜਿਹੜੀ ਦਰਸ਼ਨ ਦੀ ਜਿਹੜੀ ਸਮੱਸਿਆ ਹੈ, ਦਰਸ਼ਨ ਦਾ ਜਿਹੜਾ ਮੂਲ ਸਰੋਕਾਰ ਹੈ, ਉਸ ਨੂੰ ਡਿਫਾਈਨ ਕਰਦੀਆਂ ਨੇ। ਉਹ ਕਹਿੰਦੇ ਨੇ ਕਿ ਸਾਧੂ ਰਚਨਾ ਰਾਮ ਬਣਾਈ, ਸਾਧੂ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ
अस्थिर मन है अचरज लखियो ना जाए। गल छोटी जी है, सूत्र रूप ਵਿੱਚ ਹੈ, ਪਰ ਇਹਦੇ ਪਿੱਛੇ ਬਹੁਤ ਵੱਡੀ ਦ੍ਰਿਸ਼ਟੀ ਹੈ। ਉਹ ਦ੍ਰਿਸ਼ਟੀ ਕੀ ਹੈ ਕਿ ਇਹ ਸ੍ਰਿਸ਼ਟੀ ਰਚਨਾ ਦੇ ਇੱਕ ਅੰਤਰ ਵਿਰੋਧੀ मतलब है कि एक ऐसी पैराडॉक्सिकल अंतर एक पैराडॉक्स की गल करती है कि इस सृष्टि रचना की आश्चर्यता की है कि ये दो पक्ष ने, एक विनाशशील है ते एक अविनाशी है। ते ये हुण गल की है, ਇਹਦਾ मतलब है कि जिंदगी ਦੇ ਵਿੱਚ ਸਾਡਾ ਜਿਹੜਾ ਸੰਸਾਰ ਦਾ ਸ੍ਰਿਸ਼ਟੀ ਦਾ ਜਿਹੜਾ ਅਨੁਭਵ ਹੈ ਸਾਨੂੰ ਸਿਖਾਉਂਦਾ ਹੈ ਕਿ ਸੰਸਾਰ ਦੇ ਵਿੱਚ ਇੱਕ ਚੀਜ਼ ਹੈ ਜਿਹੜੀ ਪਰਮਾਨੈਂਸ ਦੇ ਨਾਲ ਸੰਬੰਧ ਰੱਖਦੀ ਹੈ, ਇੱਕ ਇੰਪਰਮਾਨੈਂਸ ਹੈ। ਉਹ ਜਿਹੜੀ ਇੰਪਰਮਾਨੈਂਸ ਹੈ ਉਹਦੇ ਵਿੱਚ ਅਸੀਂ ਰਹਿੰਦੇ ਹਾਂ। ਜੋ ਦਿਸੈ ਸੋ ਸਗਲ ਵਿਨਾਸ਼ ਹੈ। ਹੁਣ ਗੱਲ ਹੈ ਵੀ ਦ੍ਰਿਸ਼ਟਮਾਨ ਜਿਹੜਾ ਸੰਸਾਰ ਹੈ ਉਹ ਰੂਪ ਦਾ ਸੰਸਾਰ ਹੈ ਤੇ ਰੂਪ ਬਦਲਦਾ ਹੈ, ਤੇ ਜਿਹੜਾ ਉਹਦੇ ਪਿੱਛੇ ਪਰਮ ਸੱਚ ਹੈ, ਪਰਮਾਰਥ ਹੈ, ਉਹ ਅਪਰਿਵਰਤਨਸ਼ੀਲ ਹੈ। ਇਹ ਦੋਵੇਂ ਗੱਲਾਂ ਇੱਕੋ ਸਾਡੀ ਇਸ ਸ੍ਰਿਸ਼ਟੀ ਦੇ ਵਿੱਚ ਹੀ ਪਈਆਂ ਨੇ ਕਿ ਇੱਕ ਪੱਖ ਜਿਹੜਾ ਉਹ ਇੱਕ ਪਰਮ ਸੱਤ ਦਾ ਪ੍ਰਤੀਕ ਹੈ, ਉਸ ਦੀ ਸਾਨੂੰ ਸੋਚ ਹੀ ਹੋ ਸਕਦੀ ਹੈ, ਪਰ ਉਹ ਦਿਸਦਾ ਨਹੀਂ। ਜਿਹੜਾ ਦਿਸਦਾ ਉਹ ਤਾਂ ਵਿਨਾਸ਼ੀਲ ਹੈ। ਤੇ ਹੁਣ ਇਹ ਗੱਲ ਤੁਸੀਂ ਦੇਖੋ ਕਿ ਭਾਰਤੀ ਦਰਸ਼ਨ ਦੇ ਵਿੱਚ ਬਹੁਤ 3-4 ਸ਼ਬਦ ਆਉਂਦੇ ਨੇ। ਇਹ ਮਸਲਾ ਇਹੋ ਹੀ ਹੈ ਕਿ ਇੱਕ ਨਿਰਗੁਣ ਨਿਰਾਕਾਰ ਬ੍ਰਹਮ ਹੈ ਜਿਹੜਾ ਪਰਮ ਸੱਚ ਹੈ। ਇੱਕ ਓਂਕਾਰ, ਇੱਕ ਓਂਕਾਰ ਜਿਹੜਾ ਨਾ ਉਹ ਵਾਚਕ ਹੈ ਉਸ ਪਰਮਾਨੈਂਟ ਰਿਐਲਿਟੀ ਦਾ, ਜਿਹਨੂੰ ਗੁਰੂ ਨਾਨਕ ਦੇਵ ਜੀ ਅੱਗੇ ਜਾ ਕੇ ਜਪਜੀ ਸਾਹਿਬ ਦੇ ਵਿੱਚ ਆਪਣੇ ਸ਼ਬਦਾਂ 'ਚ ਬਹੁਤ ਖੂਬਸੂਰਤ ਅੰਦਾਜ਼ ਵਿੱਚ ਉਹਨਾਂ ਨੇ ਸ਼ਲੋਕ ਦੇ ਰੂਪ ਵਿੱਚ ਗੱਲ ਕਹੀ ਹੈ ਕਿ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਜਿਹੜਾ ਕਲਾਸੀਕਲ ਬ੍ਰਹਮ ਦਾ ਪ੍ਰਤੀਕ ਹੈ ਉਹਦੀ ਪੰਜਾਬੀ 'ਚ ਖੂਬਸੂਰਤ ਵਿਆਖਿਆ। ਔਰ ਤੁਸੀਂ ਦੇਖੋ ਗੁਰਬਾਣੀ ਦੇ ਵਿੱਚ 3 ਲਫ਼ਜ਼ ਜਿਹੜੇ ਨੇ ਉਹ ਇੱਕੋ ਰੂਟ ਦੇ ਨਾਲ ਜੁੜੇ ਨੇ, ਸੱਚ, ਸਾਚਾ ਤੇ ਸਚਿਆਰ। ਸੱਚ ਤੇ ਸਾਚਾ, ਇਹ ਬੀਇੰਗ ਐਂਡ ਐਗਜ਼ਿਸਟੈਂਸ। ਇੱਕ ਖੂਬਸੂਰਤ ਗੱਲ ਦੇਖੋ, ਇੱਕ ਜਿਹੜਾ ਇੱਕ ਹੈਗਾ ਐਗਜ਼ਿਸਟੈਂਸ, ਇੱਕ ਰਿਐਲਿਟੀ ਹੈ, ਤੇ ਇੱਕ ਉਹਦੇ 'ਚ ਜਿਹੜਾ ਨਾ ਉਹ ਹਸਤੀ ਹੈ, ਇੱਕ ਹੋਂਦ ਹੈ ਤੇ ਇੱਕ ਹਸਤੀ ਹੈ। ਇੱਕ ਓਂਕਾਰ ਦੇ ਵਿੱਚ ਦੋਵੇਂ ਗੱਲਾਂ ਨੇ। ਇੱਕ ਓਂਕਾਰ ਜਿਹੜਾ ਨਾ ਉਹ ਇੱਕ ਹੋਂਦ ਦਾ ਪ੍ਰਤੀਕ ਹੈ ਤੇ ਕਰਤਾ ਪੁਰਖ ਉਹ ਬੀਇੰਗ ਦਾ, ਉਹ ਹਸਤੀ ਹੈ। ਤੇ ਇਹ ਚਿੰਤਨ ਜਿਹੜਾ ਨਾ ਇਹ ਸਾਨੂੰ ਮਤਲਬ ਗੱਲ ਮਨੁੱਖ ਕਿਉਂਕਿ ਜਗਤ ਵਿੱਚ ਰਹਿੰਦਾ ਤੇ ਜਗਤ ਦੇ ਵਿੱਚ ਉਹਨੇ ਰਹਿਣਾ ਕਿਵੇਂ ਹੈ, ਮਸਲਾ ਇਹ ਬਣਦਾ ਹੈ। ਜਗਤ ਦਾ ਜਿਹੜਾ ਸੰਸਾਰ ਦਾ ਜਿਹੜਾ ਰੂਪ ਹੈ ਉਹ ਉਹਨੂੰ ਮਾਇਆ ਵੀ ਕਿਹਾ ਗਿਆ, ਕੂੜ ਵੀ ਕਿਹਾ ਗਿਆ, ਭਰਮ ਵੀ ਕਿਹਾ ਗਿਆ। ਇਹ ਲੇਕਿਨ ਇਹ ਮੈਟਾਫਰਸ ਨੇ। ਭਾਸ਼ਾ ਵਿਸ਼ਲੇਸ਼ਣ ਇੱਥੇ ਆਉਂਦਾ ਹੈ ਕਿ ਇਹ ਲਿਟਰਲ ਮੀਨਿੰਗ ਨਹੀਂ ਇਹਦਾ ਕੀਤਾ ਜਾ ਸਕਦਾ। ਗੁਰੂ ਜੀ ਵੀ ਜਦੋਂ ਸੱਚ ਦੇ ਮੁਕਾਬਲੇ ਤੇ ਕੂੜ ਨੂੰ ਕਹਿੰਦੇ ਨੇ ਕਿ ਸਚਿਆਰਾ ਹੋਈ ਹੈ, ਕਿ ਕੂੜਾ ਟੁੱਟੇ ਪਾਲ, ਕਿ ਕੂੜ ਦੀ ਕੰਧ ਕਿਵੇਂ ਟੁੱਟੇ, ਇਹ ਵੀ ਪ੍ਰੋਬਲਮ ਹੈ। ਸਿਰਫ ਇੰਨੀ ਗੱਲ ਨਹੀਂ ਵੀ ਸਚਿਆਰ ਕਿਵੇਂ ਹੋਵੇ, ਤੇ ਦੂਸਰੀ ਪ੍ਰੋਬਲਮ ਇਹ ਵੀ ਹੈ ਕਿ ਕੂੜ ਦੀ ਕੰਧ ਕਿਵੇਂ ਢਵੇ। ਇਹਦਾ ਮਤਲਬ ਹੈ ਕਿ ਸਾਡਾ ਜਿਹੜਾ ਦਾਰਸ਼ਨਿਕ ਦ੍ਰਿਸ਼ਟੀ ਹੈ ਨਾ ਜਿਹੜੀ ਭਾਰਤ ਦੀ, ਉਹਨੇ ਦੁਨੀਆ ਦੀ ਇੱਕ ਮਹਾਕਥਾ ਬਣਾਈ ਹੈ ਕਿ ਇੱਕ ਪਰਮ ਸੱਚ ਹੈ ਤੇ ਇੱਕ ਅਪਰਮ ਸੱਚ ਹੈ ਜਿਹਦੇ ਵਿੱਚ ਅਸੀਂ ਰਹਿੰਦੇ ਹਾਂ। ਇੱਕ ਉਹ ਇੱਕ ਸਦੀਵੀ ਹੋਂਦ ਹੈ ਜਿਹੜੀ ਆਦਿ ਸੱਚ, ਜੁਗਾਦ ਸੱਚ ਹੈ, ਤੇ ਇੱਕ ਉਹ ਜਿਹੜਾ ਸ੍ਰਿਸ਼ਟੀ ਦਾ ਸੱਚ ਹੈ। ਸ੍ਰਿਸ਼ਟੀ ਤਾਂ ਉਪਜਦੀ ਬਨਸਦੀ ਜਾਂਦੀ ਹੈ। ਮਤਲਬ ਹੈ ਕਿ ਜਿਹੜਾ ਜੰਮਦਾ ਉਹਨੇ ਮਰਨਾ, ਜਿਹੜਾ ਦਿਸਦਾ ਉਹਨੇ ਖੁਰਨਾ। ਇਹ ਵੀ ਹਕੀਕਤ ਹੈ। ਲੇਕਿਨ ਹੁਣ ਮਸਲਾ ਇਹ ਹੈ ਕਿ ਬੰਦੇ ਨੂੰ ਇਸ ਨਾਸ਼ਮਾਨ ਸੰਸਾਰ ਦੇ ਵਿੱਚ ਰਹਿਣਾ ਕਿਵੇਂ ਚਾਹੀਦਾ। ਇਹ ਫਿਲਾਸਫੀ ਆਫ ਲਾਈਫ ਹੈ। ਤੇ ਹੁਣ ਇਸ ਦੇ ਵਾਸਤੇ ਗੁਰੂ ਜੀ ਕੀ ਕਰਦੇ ਨੇ, ਉਹ ਕਹਿੰਦੇ ਨੇ ਕਿ ਸਾਰੀ ਜਿਹੜੀ ਮੁਸ਼ਕਿਲ ਦੀ ਜਿਹੜੀ ਜੜ ਹੈ ਨਾ ਉਹ ਬੰਦੇ ਦਾ ਮਨ ਹੈ। ਉਹ ਇਸ ਕਰਕੇ ਬਹੁਤ ਸਾਰੇ ਜਗ੍ਹਾ ਤੇ ਗੁਰੂ ਜੀ ਮਨ ਨੂੰ ਸੰਬੋਧਨ ਕਰਦੇ ਨੇ। ਇੱਕ ਜਗ੍ਹਾ ਉਹ ਕਹਿੰਦੇ ਨੇ ਕਿ ਮਨ ਰੇ ਕੌਣ ਕੁਮਤ ਤੁਹਿਲੂ। ਹੁਣ ਮਨ ਦੀ ਵੀ ਇੱਕ ਰਹੱਸ ਹੈ, ਮਨ ਦਾ ਵੀ
ਮਨ ਦੇ ਵਿੱਚ ਗੁਰਬਾਣੀ ਵਿੱਚ ਕਿਹਾ ਗਿਆ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿ ਮਨ ਦੇਖੋ ਸਾਡੇ ਸੁਰਤ, ਮਤ, ਮਨ, ਬੁੱਧ, ਇਹ ਸਾਡੀ ਜਿਹੜੀ ਗੁਰਮਤਿ ਦੀ ਜਿਹੜੀ ਸਾਈਕੋਲੋਜੀਕਲ ਅੰਡਰਸਟੈਂਡਿੰਗ ਹੈ ਨਾ, ਉਹਦੇ ਵਿੱਚ ਮਨ ਉੱਥੇ ਪਹੁੰਚ ਜਾਂਦਾ ਹੈ ਜਿਹੜਾ ਆਤਮ ਤੋਂ ਹੇਠਾਂ ਹੈ। ਤੇ ਉਸ ਗੁਰੂ ਜੀ ਉਹਨੂੰ ਕਹਿੰਦੇ ਨੇ ਕਿ ਮਨ ਰੇ ਕੌਣ ਕੁਮਤ ਤੋਹਿ ਲੀਨੀ, ਪਰ ਦਾਰਾ ਨਿੰਦਿਆ ਰਸ ਚਾਖਿਓ, ਰਾਮ ਭਗਤ ਨਹੀਂ ਕੀਨੀ, ਮੁਕਤ ਪਦਾਰਥ ਤੇ ਜਾਣਿਓ ਨਹੀਂ, ਧਨ ਜੋੜਨ ਕੋ ਤਾਇਆ, ਅੰਤ ਸੰਗ ਕਾਹੂ ਨਹੀਂ ਦੀਨ ਚੀਨਾ, ਬਿਰਥਾ ਆਪ ਬੰਧਾਇਆ, ਨਾ ਹਰ ਭਜਿਓ ਨਾ ਗੁਰ ਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ, ਘਾਟੀ ਹੀ ਮਹਿ ਨਿਰੰਜਨ ਤੇਰਾ, ਤੇ ਖੋਜ ਤੈ ਖੋਜਤ ਉਦਿਆਨ, ਬਹੁਤ ਜਨਮ ਪਰਮਤ ਹੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਇਹਦੇ ਵਿੱਚ ਜਿਹੜੀ ਮਸਲਾ ਜਿਹੜਾ ਇਹ ਹੈ ਕਿ ਸੰਸਾਰ ਦੇ ਉਸ ਵਿਨਾਸ਼ਸ਼ੀਲ ਜਿਹੜਾ ਜਗਤ ਦੀਆਂ ਚੀਜ਼ਾਂ ਨੇ, ਵਸਤਾਂ ਨੇ, ਬੰਦੇ ਨੇ, ਉਹਨਾਂ ਨਾਲ ਸਾਡਾ ਰਿਲੇਸ਼ਨਸ਼ਿਪ ਕੀ ਹੋਣਾ ਚਾਹੀਦਾ। ਤੇ ਜਦੋਂ ਗੁਰੂ ਜੀ ਕਹਿੰਦੇ ਨੇ ਕਿ ਵਿਰਕਤ ਹੋਣਾ ਚਾਹੀਦਾ ਹੈ, ਉਦਾਸ ਹੋਣਾ ਚਾਹੀਦਾ ਹੈ, ਸੰਨਿਆਸ ਧਾਰਨ ਕਰਨਾ ਚਾਹੀਦਾ ਹੈ, ਮੈਂ ਇਹ ਸਮਝਦਾ ਕਿ ਇਹ ਸ੍ਰਿਸ਼ਟੀ ਦੇ ਨਾਲ ਜਿਹੜਾ ਇੱਕ ਦਾਰਸ਼ਨਿਕ ਰਿਸ਼ਤਾ ਜੋੜਨ ਦੀ ਗੱਲ ਹੈ, ਇਹ ਸਿੰਬੋਲਿਕ ਹੈ। ਹੁਣ ਅਸੀਂ ਕਈ ਵਾਰ ਕੀ ਕਰਦੇ ਹਾਂ ਕਿ ਸੰਨਿਆਸ ਦਾ, ਉਦਾਸੀਨਤਾ ਦਾ, ਵੈਰਾਗ ਦਾ ਅਰਥ ਜਿਹੜਾ ਨਾ ਉਹ ਲਿਟਰਲ ਮੀਨਿੰਗ 'ਚ ਲੈ ਲੈਂਦੇ ਹਾਂ। ਲਿਟਰਲ ਮੀਨਿੰਗ 'ਚ ਨਹੀਂ ਗੱਲ। ਭਾਸ਼ਾ ਵਿਗਿਆਨਕ ਵਿਸ਼ਲੇਸ਼ਣ ਦੀ ਸਮੱਸਿਆ ਇੱਥੇ ਆਏਗੀ ਕਿ ਗੁਰੂ ਜੀ ਦੇ ਸਿਰਜੇ ਹੋਏ ਬਾਣੀ ਦੇ ਪ੍ਰਵਚਨ, ਮੈਂ ਪ੍ਰਵਚਨ ਟੈਕਨੀਕਲ ਲਫ਼ਜ਼ ਵਰਤੇ ਕਿ ਗੁਰਬਾਣੀ ਦਾ ਜਿਹੜਾ ਡਿਸਕੋਰਸ ਹੈ ਉਹਦੇ ਵਿੱਚ ਇਹ ਦਾਰਸ਼ਨਿਕ ਜਿਹੜੇ ਸੰਕਲਪ ਨੇ, ਉਦਾਸ ਹੋਣਾ, ਮਾਇਆ, ਭਰਮ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦਾ ਅਸੀਂ ਅਰਥ ਨਿਰਧਾਰਿਤ ਕਰਨਾ। ਭਾਸ਼ਾ ਵਿਗਿਆਨ ਤਾਂ ਸਾਡੇ ਲਈ ਇੱਕ ਵਿਆਖਿਆ ਸ਼ਾਸਤਰ ਦਾ ਇੱਕ ਔਜ਼ਾਰ ਹੈ। ਹੁਣ ਤੁਸੀਂ ਦੇਖੋ ਭਗਤ ਨਾਮਦੇਵ ਜੀ ਨੇ ਵੀ ਇਹ ਗੱਲ ਕਹੀ ਸੀ। ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਮਿਥਿਆ ਭਰਮ ਅਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ। ਬੰਦੇ ਦੀ ਪ੍ਰੋਬਲਮ ਕੀ ਹੈ ਕਿ ਉਹ ਜਿਹੜੀ ਚੀਜ਼ ਮਿਥਿਆ ਹੈ, ਭਰਮ ਹੈ, ਸੁਪਨੇ ਦਾ ਪਦਾਰਥ ਹੈ, ਉਹਨੂੰ ਅਸੀਂ ਸੱਚ ਮੰਨਦੇ। ਮਿਥਿਆ ਭਰਮ ਔਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ, ਇਹ ਮਸਲਾ ਪੈਦਾ ਕਰਦੀ ਹੈ ਕਿ ਅਸੀਂ, ਤੇ ਫਿਰ ਉਹ ਹੁੰਦਾ ਕੀ ਹੈ, ਉਹਦੇ ਨਿਕਲਣ ਦਾ ਰਸਤਾ ਵੀ ਉਹ ਅਗਲੀ ਲਾਈਨ 'ਚ ਕਹਿ ਦਿੰਦੇ ਨੇ। ਇਹ ਖੂਬਸੂਰਤੀ ਹੈ ਸਿੱਖ ਚਿੰਤਨ ਦੀ। ਉਹ ਕਹਿੰਦੇ ਨੇ ਕਿ ਸੁਕ੍ਰਿਤ ਮਨਸਾ ਗੁਰ ਉਪਦੇਸੀ, ਜਾਗਤ ਹੀ ਮਨ ਮਾਨਿਆ। ਕਿ ਜਿਹਨੂੰ ਗੁਰੂ ਤੇਗ ਬਹਾਦਰ ਜੀ ਅੱਗੇ ਕਹਿੰਦੇ ਨੇ ਕਿ ਸੁਪਨੇ ਵਰਗਿਆ ਸੰਸਾਰ ਹੈ, ਇਹ ਸੁਪਨਾ ਹੈ। ਸੁਪਨਾ ਮੈਟਾਫਰ ਹੈ ਕਿ ਸੁਪਨੇ ਦਾ ਇੱਕ ਸੱਚ ਜਿਹੜਾ ਨਾ ਇੱਕ ਟਾਈਮ ਦੇ ਲਈ ਹੈ। ਸ੍ਰਿਸ਼ਟੀ ਦਾ ਸੱਚ ਵੀ ਇੱਕ ਟਾਈਮ ਦੇ ਲਈ ਹੈ। ਜਦੋਂ ਸ੍ਰਿਸ਼ਟੀ ਪ੍ਰਲਯ ਵਿੱਚ ਚਲੀ ਜਾਏਗੀ ਉਹ ਸਾਰਾ ਉਹਦੇ ਨਾਲ ਹੀ ਹੋ ਜਾਏਗਾ। ਲੇਕਿਨ ਜਿੰਨੀ ਦੇਰ ਤੱਕ ਸ੍ਰਿਸ਼ਟੀ ਹੈ ਉਨੀ ਦੇਰ ਤੱਕ ਮਨੁੱਖ ਦੇ ਮਸਲੇ ਨੇ। ਤੇ ਉਹ ਮਸਲੇ ਕੀ ਨੇ? ਉਹ ਮਸਲੇ ਨੇ ਕਿ ਹਾਊ ਟੂ ਲਿਵ ਇਨ ਦਿਸ ਵਰਲਡ, ਜਿਹੜੀ ਪਰਿਵਰਤਨਸ਼ੀਲ ਹੈ, ਜਿਹਦੇ 'ਚ ਵਿਨਾਸ਼, ਜਿਹੜੇ ਤੱਤ, ਜਿਹੜੇ ਰਿਸ਼ਤੇ ਨੇ, ਪਦਾਰਥ ਨੇ, ਚੀਜ਼ਾਂ ਨੇ, ਉਹ ਇੱਕ ਭਰਮ ਦੀ ਤਰ੍ਹਾਂ ਨੇ। ਮਤਲਬ ਸੁਪਨੇ ਦਾ ਸੱਚ ਹੈ। ਸੁਪਨੇ ਵਿੱਚ ਜਿੰਨੀ ਦੇਰ ਤੱਕ ਬੰਦਾ ਸੁਪਨੇ ਵਿੱਚ ਹੈ ਉਨੀ ਦੇਰ ਤੱਕ ਉਹਨੂੰ ਸੱਚ ਲੱਗਦਾ ਹੈ। ਜਿਉਂ ਸੁਪਨੇ ਨਿਸ ਭੁੱਲੀ ਹੈ ਜਬ ਲਗ ਸੁਪਨਾ ਹੋਏ। ਗੁਰੂ ਨਾਨਕ ਦੇਵ ਜੀ ਨੂੰ ਦੇਖੋ, ਉਹ ਕਹਿੰਦੇ ਨੇ ਕਿ ਬੰਦਾ ਉਨੀ ਦੇਰ ਤੱਕ, ਜਿਵੇਂ ਰਾਤ ਦੇ ਵੇਲੇ ਬੰਦਾ ਸੁਪਨੇ ਨੂੰ ਦੇ ਵਿੱਚ ਭੁੱਲਿਆ ਰਹਿੰਦਾ ਹੈ, ਤੇ ਜਦੋਂ ਜਾਗਦਾ ਫਿਰ ਪਤਾ ਲੱਗ ਕਿ ਸੁਪਨਾ ਇਹ ਜਗ ਲੋਏ। ਜਦੋਂ ਉਹ ਜਾਗਦਾ ਹੈ ਨਾ, ਫਿਰ ਉਹਨੂੰ ਲੱਗਦਾ ਹੈ ਕਿ ਇਹ ਸੰਸਾਰ ਵੀ ਇੱਕ ਸੁਪਨੇ ਵਾਂਗ ਹੀ ਹੈ। ਤੇ ਇਸ ਕਰਕੇ ਇਹ ਜਿਹੜਾ ਰਿਲੇਸ਼ਨਸ਼ਿਪ ਉਹਦੇ ਨਾਲ ਜੋੜਨ ਦੀ ਗੱਲ ਹੈ, ਮੈਂ ਇਹ ਸਮਝਦਾ ਕਿ ਗੁਰੂ ਤੇਗ ਬਹਾਦਰ ਜੀ ਔਰ ਸਾਰੀ ਗੁਰਬਾਣੀ ਦੇ ਵਿੱਚ ਸੰਨਿਆਸ ਤੇ ਵੈਰਾਗ ਇਹ ਕੀ ਵਰਡ ਨੇ। ਸੰਨਿਆਸ ਤੇ ਵੈਰਾਗ ਇੱਕ ਜੀਵਨ ਦ੍ਰਿਸ਼ਟੀਕੋਣ ਦਾ ਪ੍ਰਤੀਕ ਆਦਰਸ਼ ਹੈ ਕਿ ਤੁਸੀਂ ਇਸ ਦਿਸਦੇ ਸੰਸਾਰ ਦੇ ਨਾਲ ਇੱਕ ਦੂਰੀ ਦਾ ਰਿਸ਼ਤਾ ਕਾਇਮ ਕਰਨਾ, ਕਿ ਇੱਕ ਉਹ ਰਿਸ਼ਤਾ
ਜਿਹੜਾ ਤੁਹਾਨੂੰ ਇਹਦੇ ਵਿੱਚ ਖਚਿਤ ਨਾ ਹੋਣ ਦੇਵੇ। ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸਿੱਧ ਗੋਸ਼ਟੀ ਵਿੱਚ ਉਹਨਾਂ ਨੇ ਇੱਕ ਸੂਤਰ ਵਿੱਚ ਗੱਲ ਕਹੀ ਸੀ ਨਾ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀ ਹੈ ਨਾਨਕ ਨਾਮ ਬਖਾਣੇ। ਉਹ ਇਸੇ ਗੱਲ ਦੇ ਵਿੱਚ ਸੀ ਕਿ ਸੰਸਾਰ ਦੇ ਵਿੱਚ ਸੰਸਾਰ ਤੋਂ ਬਾਹਰ ਜਾਣ ਦੀ ਲੋੜ ਨਹੀਂ, ਸੰਸਾਰ ਦਾ ਤਿਆਗ ਕਰਨ ਦੀ ਲੋੜ ਨਹੀਂ, ਸੰਸਾਰਿਕਤਾ ਦਾ ਤਿਆਗ ਕਰਨ ਦੀ ਲੋੜ ਹੈ। ਤੇ ਹੁਣ ਇਸ ਨੁਕਤੇ ਤੋਂ ਜਿਹੜਾ ਮੈਂ ਅੱਗੇ ਵੀ ਮੈਂ ਗੱਲ ਦੱਸੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸੰਨਿਆਸ ਬਾਰੇ ਇੱਕ ਬਹੁਤ ਖੂਬਸੂਰਤ ਉਹਨਾਂ ਦੀ ਰਚਨਾ ਮੈਨੂੰ ਲੱਗੀ ਹੈ, ਬਹੁਤ ਹੀ ਮੀਨਿੰਗਫੁਲ ਹੈ, ਜਿਹੜੀ ਇੱਕ ਕੰਟੀਨਿਊਟੀ ਹੈ। ਯਾਨੀ ਤੁਸੀਂ ਦੇਖੋ ਕਿ ਸੰਸਾਰ ਨੂੰ ਸੁਪਨੇ ਵਾਂਗ ਸਮਝ ਕੇ ਉਸ ਤੋਂ ਸੰਨਿਆਸ ਲੈਣ ਦੀ ਜਿਹੜੀ ਗੱਲ ਹੈ, ਉਹ ਸੰਨਿਆਸ ਸਿੰਬੋਲਿਕ ਤੌਰ ਤੇ ਇਸ ਸੰਸਾਰ ਦੇ ਨਾਲ ਇੱਕ ਦੂਰੀ ਦਾ ਰਿਸ਼ਤਾ ਕਾਇਮ ਕਰਨ ਤਾਂ ਕਿ ਅਸੀਂ ਉਹਦੇ ਵਿੱਚ ਖਚਿਤ ਨਾ ਹੋਈਏ, ਉਹਨੂੰ ਸਮਝਦੇ ਰਹੀਏ। ਸਮਝ ਕੇ ਜਿਉਣਾ ਤੇ ਖਚਿਤ ਹੋ ਕੇ ਜਿਉਣਾ, ਦੋਨਾਂ ਵਿੱਚ ਬਹੁਤ ਵੱਡਾ ਅੰਤਰ ਹੈ। ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਢੰਗ ਨਾਲ ਇਹ ਗੱਲ ਕਹੀ ਹੈ, ਮੈਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ, ਫਿਰ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਮੈਨੂੰ ਬਹੁਤ ਪਿਆਰੀਆਂ ਉਹਨਾਂ ਦੀਆਂ ਪੰਕਤੀਆਂ ਲੱਗਦੀਆਂ ਨੇ ਕਿ ਰੇ ਮਨ ਐਸੋ ਕਰ ਸੰਨਿਆਸ। ਆਪਣੇ ਮਨ ਨੂੰ ਗੁਰੂ ਗੋਬਿੰਦ ਸਿੰਘ ਜੀ ਦੇਖੋ ਜਿਹੜੇ ਸੰਤ ਪਾਈ ਨੇ, ਜਿਨ੍ਹਾਂ ਨੂੰ ਅਸੀਂ ਇੱਕ ਨਾਇਕ ਯੋਧੇ ਦੇ ਰੂਪ ਵਿੱਚ ਦੇਖਦੇ ਹਾਂ, ਲੇਕਿਨ ਉਹਨਾਂ ਦੇ ਕੋਲ ਉਹਨਾਂ ਦੀ ਜਿਹੜੀ ਚਿੰਤਨ ਦ੍ਰਿਸ਼ਟੀ ਹੈ ਉਹੀ ਗੁਰਬਾਣੀ ਦੇ ਨਾਲ ਰਿਲੇਟਡ ਹੈ। ਉਹੀ ਚਿੰਤਨ ਜਿਹੜਾ ਉਹਨਾਂ ਦੀ ਬਾਣੀ ਦੇ ਵਿੱਚ ਸਾਨੂੰ ਲੱਭ ਰਿਹਾ ਹੈ ਕਿ ਬਨ ਸੇ ਸਦਨ ਸਭ ਹੈ ਕਰ ਸਮਝੋ ਮਨ ਹੀ ਮਾਹੇ ਉਦਾਸ। ਕਮਾਲ ਦੀ ਗੱਲ ਦੇਖੋ ਕਿ ਤੁਸੀਂ ਜਿੰਨੇ ਵੀ ਤੁਹਾਡੇ ਸਦਨ ਨੇ ਉਹਨਾਂ ਨੂੰ ਬਨ ਵਰਗੇ ਸਮਝੋ। ਜੰਗਲ ਜਾ ਕੇ ਇਹਨਾਂ ਨੂੰ ਛੱਡ ਕੇ ਜੰਗਲ ਜਾਣ ਦੀ ਲੋੜ ਨਹੀਂ, ਆਪਣੇ ਮਹਿਲ ਮੁਨਾਰੇ ਸਦਨ ਇਹਨਾਂ ਨੂੰ ਹੀ ਬਨ ਸਮਝੋ ਤੇ ਆਪਣੇ ਮਨ ਦੇ ਵਿੱਚ ਉਦਾਸ ਹੋ। ਇਹ ਜਿਹੜਾ ਸਿੱਖ ਚਿੰਤਨ ਦੀ ਸਭ ਤੋਂ ਵੱਡੀ ਜਿਹੜੀ ਦ੍ਰਿਸ਼ਟੀ ਹੈ, ਦਾਰਸ਼ਨਿਕ ਦ੍ਰਿਸ਼ਟੀ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਇਹ ਹੈ ਕਿ ਇਹ ਸੰਸਾਰ ਦੇ ਵਿੱਚ ਰਹਿੰਦੇ ਹੋਇਆਂ ਇੱਕ ਉਸ ਤੋਂ ਵਿਰਕਤ ਹੋ ਕੇ ਰਹਿਣਾ, ਇੱਕ ਮਾਨਸਿਕਤਾ ਦੀ ਇਹ ਇੱਕ ਸਥਿਤੀ ਹੈ ਕਿ ਉਹ ਮਨ ਹੀ ਮਾਹੇ ਉਦਾਸਾ। ਇੰਨੀ ਸਪਸ਼ਟ ਗੱਲ ਹੋਰ ਕਿਸੇ ਚਿੰਤਨ 'ਚ ਸਾਨੂੰ ਇਸ ਰੂਪ ਵਿੱਚ ਨਹੀਂ ਮਿਲਦੀ। ਜਤ ਕੀ ਜਟਾ ਜੋਗ ਕੋ ਮੱਜਨ ਨੇਮ ਕੇ ਨਖਨ बढ़ाओ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ। ਹੋਰ ਵੀ ਖੂਬਸੂਰਤ ਗੱਲ ਦੇਖੋ। ਹੁਣ ਦੇਖੋ ਇੱਥੇ ਗਿਆਨ ਵੀ ਡਿਫਾਈਨ ਹੋ ਗਿਆ। ਗੁਰੂ ਨਾਨਕ ਦੇਵ ਜੀ ਨੇ ਤਾਂ ਕਿਹਾ ਸੀ ਨਾ ਕਿ ਸ਼ਬਦ ਗੁਰੂ ਸੁਰਤ ਧੁਨ ਚੇਲੀ। ਇੱਥੇ ਗੁਰੂ ਜੀ ਨੇ ਉਸ ਨੂੰ ਹੋਰ ਕਲੀਅਰ ਰੂਪ ਵਿੱਚ ਕਿਹਾ ਕਿ ਗਿਆਨ ਹੀ ਗੁਰੂ ਹੈ। ਸ਼ਬਦ ਗੁਰੂ ਦਾ ਮਤਲਬ ਵੀ ਗਿਆਨ ਗੁਰੂ ਹੈ, ਕਿਉਂਕਿ ਸ਼ਬਦ ਗਿਆਨ ਦਾ ਮਾਧਿਅਮ ਹੈ। ਸਾਡੀ ਪਰੰਪਰਾ ਵਿੱਚ ਸ਼ਬਦ ਜਿਹੜਾ ਉਹ ਅਧਿਆਤਮਿਕ ਗਿਆਨ ਦਾ ਇੱਕ ਸੂਚਕ ਹੈ। ਕਿਸੇ ਵੀ ਤਰ੍ਹਾਂ ਦਾ ਗਿਆਨ ਵੈਸੇ ਸ਼ਬਦ ਦੇ ਮਾਧਿਅਮ ਰਾਹੀਂ ਹੁੰਦਾ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਉਹ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਦਾਰਸ਼ਨਿਕ ਦ੍ਰਿਸ਼ਟੀ ਹੈ, ਤੁਸੀਂ ਦੇਖੋ ਗੁਰੂ ਜੀ ਖੁਦ ਉਸ ਦੀ ਆਪਣੇ ਪ੍ਰਵਚਨ ਦੇ ਰਾਹੀਂ ਵਿਆਖਿਆ ਕਰ। ਮੈਨੂੰ ਤਾਂ ਇੱਕ ਬੜੀ ਕਮਾਲ ਦੀ ਗੱਲ ਲੱਗਦੀ ਹੈ ਕਿ ਗੁਰਬਾਣੀ ਦੀ ਵਿਆਖਿਆ ਕਰਨ ਦੇ ਲਈ ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਗੁਰਬਾਣੀ ਦੇ ਵਿੱਚ ਤਾਂ ਆਪ ਹੀ ਗੁਰਬਾਣੀ ਜਿਹੜੀ ਹੈ ਨਾ, ਉਹ ਆਪਣੀ ਵਿਆਖਿਆ ਖੁਦ ਹੀ ਕਰਦੀ ਹੈ। ਇੱਕ ਥਾਂ ਤੇ ਜਿਹੜੀ ਗੱਲ ਕਹੀ ਹੈ, ਦੂਜੀ ਥਾਂ ਤੇ ਉਸ ਦੀ ਵਿਆਖਿਆ ਵੀ ਸਾਨੂੰ ਮਿਲ ਜਾਂਦੀ ਹੈ। ਭਾਈ ਕਾਨ ਸਿੰਘ ਨਾਭਾ ਹੋਰਾਂ ਨੂੰ ਤੁਸੀਂ ਦੇਖ ਲਓ, ਉਹਨਾਂ ਦਾ ਮਾਡਲ ਇਹ ਹੋਈ ਹੈ, ਉਹ ਗੁਰਬਾਣੀ ਰਾਹੀਂ ਗੁਰਬਾਣੀ ਦੀ ਵਿਆਖਿਆ ਕਰਦੇ ਨੇ। ਔਰ ਇਹ ਬਹੁਤ ਖੂਬਸੂਰਤ ਗੱਲ ਹੈ। ਔਰ ਮੈਨੂੰ ਲੱਗਦਾ ਕਿ ਅੱਜ ਜਿਹੜਾ ਇਹ ਵਰਕਸ਼ਾਪ ਦਾ ਥੋੜ੍ਹੀ ਜਿਹੀ ਗੱਲਾਂ ਮੈਂ ਉਦਘਾਟਨੀ ਸ਼ਬਦਾਂ ਦੇ ਰੂਪ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਮੇਰਾ ਮਕਸਦ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਸਾਰੇ ਪੱਖਾਂ ਨੂੰ ਤੁਹਾਡੇ ਸਾਹਮਣੇ ਖੋਲ੍ਹਣਾ ਨਹੀਂ। ਇਹ ਜਿਹੜੇ ਇਸ ਵਰਕਸ਼ਾਪ ਦੇ ਵਿੱਚ ਤੁਹਾਡੇ ਬਹੁਤ ਸਾਰੇ ਵਿਦਵਾਨ ਇਹਦੇ 'ਚ ਆਉਣਗੇ, ਉਹ ਸਾਰੇ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਗੱਲ ਕਰਨਗੇ। ਮੈਂ ਤਾਂ ਸਮਝਦਾ ਕਿ ਮੇਰਾ ਉਦਘਾਟਨ ਨੇ ਸ਼ਬਦਾਂ ਦੇ ਰੂਪ ਵਿੱਚ ਇੰਨਾ ਹੀ ਇੱਕ ਮਨੋਰਥ ਸੀ ਕਿ ਇਸ ਜਿਹੜੀ ਵਰਕਸ਼ਾਪ ਹੈ ਉਸ ਦੇ ਮੁੱਖ ਮਸਲਿਆਂ ਦੇ ਨਾਲ ਥੋੜ੍ਹਾ ਜਿਹਾ ਤੁਹਾਨੂੰ ਆਪਣੇ ਹਿਸਾਬ ਦੇ ਨਾਲ ਮੈਂ ਜੋ ਆਪਣੀ ਗੱਲ ਕਰ ਸਕਾਂ ਉਹ ਮੈਂ ਤੁਹਾਡੇ ਨਾਲ ਕਰ ਦਿੱਤੀ ਹੈ। ਤੇ ਉਹਦਾ ਸਾਰ ਰੂਪ ਇਹੀ ਹੈ ਕਿ ਜਿਹੜੇ ਆਧੁਨਿਕ ਡਿਸਿਪਲਿਨ ਜਿਹੜੇ
ਭਾਸ਼ਾ ਵਿਗਿਆਨ ਦੇ ਖੇਤਰ ਦੇ ਵਿੱਚ ਵਿਕਸਿਤ ਹੋਏ ਨੇ। ਤੇ ਉਹਦੇ ਪਿੱਛੇ ਜਿਹੜੀ ਭਾਰਤੀ ਜਿਹੜੀ ਵਿਆਕਰਨ ਸ਼ਾਸਤਰ ਦੀ ਪਰੰਪਰਾ ਹੈ ਔਰ ਭਾਸ਼ਾ ਦਰਸ਼ਨ ਦੀ ਪਰੰਪਰਾ ਹੈ। ਇੱਕ ਪਾਸੇ ਪੱਛਮ ਦਾ ਇੱਕ ਵਿਕਸਿਤ ਭਾਸ਼ਾ ਵਿਗਿਆਨਕ ਮਾਡਲ ਹੈ ਤੇ ਉਹਦੇ ਪਿੱਛੇ ਸਾਡੀ ਭਾਰਤੀ ਜਿਹੜੀ ਭਾਸ਼ਾ ਵਿਗਿਆਨਕ ਦ੍ਰਿਸ਼ਟੀ ਹੈ। ਇਹਨਾਂ ਦੋਨਾਂ ਦੇ ਸੁਮੇਲ ਦੇ ਰਾਹੀਂ ਅਸੀਂ ਆਪਣੇ ਗੁਰਬਾਣੀ ਦੇ ਪ੍ਰਵਚਨ ਨੂੰ ਸਮੁੱਚੇ ਤੌਰ ਤੇ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਦਾਰਸ਼ਨਿਕ ਦ੍ਰਿਸ਼ਟੀ ਜਿਹੜੀ ਉਹਨਾਂ ਦੀ ਬਾਣੀ ਵਿੱਚ ਪੇਸ਼ ਹੋਈ ਹੈ ਉਹਨੂੰ ਸਮਝਣ ਦੇ ਲਈ ਕਿਹੜੇ ਅਸੀਂ ਟੂਲ